प्यारे विद्यार्थियों, अज असी करांगे कहानी माड़ा बंदा। कहानीकार प्रेम प्रकाश। पात्र कथावाचक दी पत्नी रिक्शे वाला। कथावाचक मतलब जो नरेटर है, जो इस कहानी दे बारे जिहड़ा आ दस रहा है। कथावाचक मतलब नरेटर। ठीक है, हुण इत्थे है माड़ा बंदा। माड़ा बंदा दो व्यंग दे विच पेश किया गया है। एक है गरीब, जो इंसान गरीब है, ठीक है, एक उन्नू माड़ा कहा जाता है, जां भैड़ा। भैड़ा इंसान वो कि जेड़ा किसी दूसरे इंसान का हक मारे, ठीक है, दूसरे इंसान दे नाल जेड़ा माड़ा करदा है, ठीक है, किसी का हक जेड़ा वो नहीं दिंदा, सगों कि ਜਿਹੜਾ ਕਿਤੇ ਹੋਰ ਦਾਨ ਕਰਨ ਨੂੰ, ਕਿਤੇ ਹੋਰ ਕਿਸੇ ਨੂੰ ਪੈਸੇ ਦੇਣ ਨੂੰ ਜਾਂ ਕਿਤੇ ਹੋਰ ਪੈਸੇ ਖਰਚਣ ਨੂੰ ਉਹ ਖਰਚ ਸਕਦਾ ਹੈ, ਪਰ ਕਿਸੇ ਦੂਸਰੇ ਇਨਸਾਨ ਦਾ ਜਿਹੜਾ ਆ ਹੱਕ ਜਿਹੜਾ ਆ ਉਹ ਵਾਪਿਸ ਨਹੀਂ ਕਰਦਾ। ਇੱਕ ਅਸੀਂ ਉਹ ਇਨਸਾਨ ਨੂੰ ਭੈੜਾ ਕਵਾਂਗੇ ਅਤੇ ਗਰੀਬ ਅਸੀਂ ਉਸ ਇਨਸਾਨ ਨੂੰ ਕਵਾਂਗੇ ਕਿ ਜੋ ਗਰੀਬ ਹੈ, ਜਿਹਦੀ ਆਰਥਿਕ ਸਥਿਤੀ ਜਿਹੜੀ ਹੈ ਉਹ ਮਾੜੀ ਹੈ। ਹੁਣ ਅਸੀਂ ਸ਼ੁਰੂ ਕਰਦੇ ਹਾਂ ਕਿ ਇਸ ਕਹਾਣੀ ਦੇ ਵਿੱਚ ਹੈ ਕੀ ਹੈ। ਪ੍ਰੇਮ ਪ੍ਰਕਾਸ਼ ਨੇ ਜਿਹੜੀ ਕਹਾਣੀ ਲਿਖੀ ਹੋਈ ਹੈ, ਮੱਧ ਵਰਗੀ ਮਾਨਸਿਕਤਾ ਨੂੰ ਉਘਾੜ ਕੇ ਪੇਸ਼ ਕੀਤਾ ਗਿਆ ਹੈ। ਇਸ ਕਹਾਣੀ ਦੇ ਵਿੱਚ ਜੋ ਮੱਧ ਵਰਗੀ ਮਤਲਬ ਮਿਡਲ ਕਲਾਸ ਫੈਮਿਲੀ ਜਿਹੜੀ ਹੈ ਉਹਦੇ ਬਾਰੇ ਗੱਲ ਕੀਤੀ ਹੈ। ਮੱਧ ਵਰਗੀ ਪਤੀ ਪਤਨੀ ਦਾ ਇੱਕ ਆਮ ਰਿਕਸ਼ਾ ਚਾਲਕ ਵੱਲੋਂ ਕੁਝ ਪੈਸੇ ਵੱਧ ਮੰਗਣ 'ਤੇ ਉਸ ਨਾਲ ਖੈਬੜਨਾ, ਰਿਕਸ਼ੇ ਵਾਲੇ ਵੱਲੋਂ ਉਹਨਾਂ ਦੇ ਦਿੱਤੇ ਪੈਸੇ ਵਗਾਹ ਮਾਰਨ ਉਪਰੰਤ ਉਸ ਦਾ ਕਾਫੀ ਸਮੇਂ ਤੱਕ ਬਾਹਰ ਖੜੇ ਰਹਿਣਾ ਦੋਹਾਂ ਪਤੀ ਪਤਨੀ ਨੂੰ ਪਰੇਸ਼ਾਨ ਤੇ ਬੇਚੈਨ ਕਰ ਦਿੰਦਾ ਹੈ। ਦੋਵੇਂ ਹੀ ਆਪਣੇ ਕੰਮ ਵਿੱਚ ਇਕਾਗਰ ਚਿੱਤ ਨਹੀਂ ਹੋ ਸਕਦੇ। ਘੜੀ ਮੁੜੀ ਬਾਹਰ ਝਾਕ ਕੇ ਉਸ ਨੂੰ ਖੜੇ ਹੋਏ ਨੂੰ ਦੇਖ ਕੇ ਅੰਦਰ ਬੈਠੇ ਘਬਰਾਈ ਜਾਂਦੇ ਹਨ। ਅਸਲ ਵਿੱਚ ਆਪਣੇ ਆਪ ਨੂੰ ਤਾਕਤਵਰ ਸਮਝਦੀ ਮੱਧ ਵਰਗੀ ਦੀ ਪਤਨੀ ਇੱਕ ਆਮ ਮਾੜੇ ਰਿਕਸ਼ਾ ਚਾਲਕ ਤੋਂ ਭੈਭੀਤ ਹੋ ਜਾਂਦੀ ਹੈ। ਭੈਭੀਤ ਮਤਲਬ ਡਰ ਜਾਂਦੀ, ਘਬਰਾ ਜਾਂਦੀ ਹੈ। ਜਦ ਕਿ ਬਾਹਰ ਖੜਾ ਰਿਕਸ਼ਾ ਚਾਲਕ ਤਾਕਤਵਰ ਜਾਪਣ ਲੱਗ ਜਾਂਦਾ ਹੈ। ਜਦੋਂ ਕੁਝ ਸਮਾਂ ਬਾਹਰ ਖੜੇ ਰਹਿਣ ਬਾਅਦ ਰਿਕਸ਼ਾ ਵਾਲਾ ਪੈਸੇ ਲਏ ਬਿਨਾਂ ਚਲਾ ਜਾਂਦਾ ਹੈ ਤਾਂ ਦੋਹਾਂ ਪਤੀ ਪਤਨੀ ਨੂੰ ਸੁੱਖ ਦਾ ਸਾਹ ਆਉਂਦਾ ਹੈ, ਪਰ ਨਾਲ ਹੀ ਉਹਨਾਂ ਨੂੰ ਦੋਸ਼ ਭਾਵਨਾ ਵੀ ਆ ਘੇਰਦੀ ਹੈ। ਇਸ ਦੋਸ਼ ਭਾਵਨਾ ਤੋਂ ਛੁਟਕਾਰਾ ਪਾਉਣ ਲਈ ਉਹ ਸੋਚਦੇ ਹਨ ਕਿ ਉਹ 3 ਰੁਪਏ ਪਿੰਗਲਵਾੜੇ ਨੂੰ ਦੇ ਦੇਣਗੇ ਤਾਂ ਜੋ ਉਹਨਾਂ ਨੂੰ ਮਾੜੇ ਬੰਦੇ ਨਾ ਸਮਝਿਆ ਜਾਵੇ। ਹੁਣ ਇੱਥੇ ਇਹ ਜਿਹੜਾ ਮਾੜੇ ਬੰਦੇ ਨਾ ਸਮਝਿਆ ਜਾਵੇ, ਪੈਸੇ ਜਿਹੜਾ ਆ ਅਸੀਂ ਕਿਤੇ ਪਿੰਗਲਵਾੜੇ ਦੇ ਆਵਾਂਗੇ, ਰਿਕਸ਼ੇ ਵਾਲੇ ਨੂੰ ਪੈਸੇ ਨਹੀਂ ਦਿੱਤੇ, ਪਿੰਗਲਵਾੜੇ ਦੇ ਆਵਾਂਗੇ ਜਾਂ ਕਿਸੇ ਗਰੀਬ ਨੂੰ ਉੱਦਾਂ ਕਿਸੇ ਨੂੰ ਦੇ ਦੇਵਾਂਗੇ, ਤਾਂ ਇੱਥੋਂ ਇਹ ਸਾਬਿਤ ਹੋ ਰਿਹਾ ਕਿ ਭੈੜਾ ਬੰਦਾ ਕੌਣ ਹੈਗਾ। ਠੀਕ ਹੈ, ਮਾੜੇ ਦੇ ਦੋ ਸ਼ਬਦ ਹੈ, ਦੋ ਵਿਅੰਗ ਨਿਕਲਦੇ ਨੇ, ਇੱਕ ਗਰੀਬ ਜਾਂ ਭੈੜਾ। ਇੱਥੇ ਹੁਣ ਭੈੜਾ ਬੰਦਾ ਜਿਹੜਾ ਸ਼ੋ ਹੋ ਰਿਹਾ ਹੈ, ਪੇਸ਼ ਹੋ ਰਿਹਾ, ਉਹ ਹੈ ਕਥਾਵਾਚਕ ਤੇ ਉਹਦੀ ਪਤਨੀ। ਦੋਸ਼ ਭਾਵਨਾ ਮਤਲਬ ਕਿ ਆਪਣੇ ਉੱਤੇ ਇੱਕ ਗਿਲਟ ਆ ਜਾਣਾ ਕਿ ਨਹੀਂ ਵੀ ਮੇਰੇ ਤੋਂ ਇਹ ਗਲਤੀ ਨਹੀਂ ਹੋ ਸਕਦੀ, ਜਾਂ ਮੈਂ ਇਹ ਗਲਤ ਨਹੀਂ ਕੀਤਾ, ਮੈਂ ਮਾੜਾ ਨਹੀਂ ਕੀਤਾ ਹੈਗਾ, ਅਸੀਂ ਸਹੀ ਕਰਦੇ ਹਾਂ। ਹੁਣ ਕਹਾਣੀ ਦੀ ਜੋ ਸ਼ੁਰੂਆਤ ਹੈ, ਪਹਿਲਾ ਇੱਥੇ ਪੁਆਇੰਟ ਹੈ ਮੱਧ ਵਰਗੀ ਪਤੀ ਪਤਨੀ ਦੀ ਬੇਚੈਨੀ। ਅਤੇ ਜਿਹੜੀ ਪਤਨੀ ਹੈ ਉਹ ਰਸੋਈ ਦੇ ਵਿੱਚ ਹੁੰਦੀ ਹੈ, ਰਸੋਈ ਦੇ ਵਿੱਚ ਉਹ ਬਾਰ ਜਿਹੜਾ ਆ ਉਹ ਬਾਹਰ ਝਾਤੀ ਮਾਰਦੀ ਹੈ, ਅਤੇ ਰਿਕਸ਼ੇ ਵਾਲਾ ਜਿਹੜਾ ਆ ਉਸੇ ਤਰ੍ਹਾਂ ਹੀ ਜਿਹੜਾ ਬਾਹਰ ਜਿਹੜਾ ਆ ਉਹ ਖੜਾ ਹੁੰਦਾ। ਅਤੇ ਉਸ ਤੋਂ ਬਾਅਦ ਜਿਹੜਾ ਆ ਉਹਦਾ ਜਿਹੜਾ ਪਤੀ ਜਿਹੜਾ ਆ ਉਹ ਇੱਕ ਕਮਰੇ ਦੇ ਵਿੱਚ ਬੈਠ ਕੇ ਜਿਹੜਾ ਆ ਆਪਣੇ ਜਿਹੜਾ ਭੂਆ ਦੇ ਜਿਹੜਾ ਪੁੱਤਰ ਹੈਗਾ ਆ ਉਹਨੂੰ ਚਿੱਠੀ ਲਿਖ ਰਿਹਾ ਹੁੰਦਾ, ਤਾਂ ਉਹ ਵੀ ਕਿਤੇ ਨਾ ਕਿਤੇ ਜਿਹੜਾ ਆ ਆਪਣੀ ਪਤਨੀ ਜੋ ਉਹਦੀ ਗੱਲ ਕਰ ਰਹੀ ਹੈ ਤਾਂ ਕਿਤੇ ਨਾ ਕਿਤੇ ਉਹ ਵੀ ਬੇਚੈਨ ਜਿਹਾ ਆ ਉਹ ਹੋ ਜਾਂਦਾ ਆ। ਅਤੇ ਪਤਨੀ ਵੀ ਜਿਹੜੀ ਉਹਦੀ ਬੇਚੈਨ ਹੁੰਦੀ, ਉਹ ਬਾਰ ਜਿਹੜਾ ਆ ਉਹ ਉੱਥੇ ਬਾਹਰ ਦੇਖਦੀ ਰਿਕਸ਼ੇ ਵਾਲੇ ਵੱਲ, ਅਤੇ ਉਹਦਾ ਜਿਹੜਾ ਪਤੀ ਹੈ ਉਹਦਾ ਵੀ ਜਿਹੜਾ ਮਨ, ਜਿਹੜਾ ਕਥਾਵਾਚਕ ਦਾ ਜਿਹੜਾ ਮਨ ਹੈ ਉਹ ਚਿੱਠੀ ਲਿਖਣ ਦੇ ਵਿੱਚ ਨਹੀਂ ਲੱਗਦਾ ਹੈਗਾ। ਅੱਗੇ ਪੁਆਇੰਟ ਹੈ ਰਿਕਸ਼ੇ ਵਾਲੇ ਦਾ ਹੁਲੀਆ। ਹੁਣ ਉਹ ਰਿਕਸ਼ੇ ਵਾਲੇ ਦੇ ਹੁਲੀਏ ਨੂੰ ਬਿਆਨ ਕਰਦੇ, ਆਪਣੀ ਦੋਸ਼ ਭਾਵਨਾ ਨੂੰ ਮਿਟਾਉਣ ਦੇ ਲਈ, ਖ਼ਤਮ ਕਰਨ ਦੇ ਲਈ ਉਹ ਕੀ ਕਰਦੇ, ਰਿਕਸ਼ੇ ਵਾਲੇ ਨੂੰ ਬੁਰਾ ਭਲਾ ਬੋਲਦੇ ਨੇ, ਉਹਦੇ ਹੁਲੀਏ ਦੇ ਬਾਰੇ ਬੋਲਦੇ ਨੇ ਕਿ ਗਰੀਬ ਹੈ, ਕਿ ਦੇਖਣ ਤੋਂ ਇਹ ਕਿੱਦਾਂ ਲੱਗਦਾ ਹੈ, ਇਹਦੀਆਂ ਜਿਹੜੀਆਂ ਕਾਲੀਆਂ ਸੁੱਕੀਆਂ ਲੱਤਾਂ ਜਿਹੜੀਆਂ ਨੇ ਉਹ ਕੱਛੇ ਹੇਠੋਂ ਦਿਖਦੀਆਂ ਨੇ, ਕਮੀਜ਼ ਜਿਹੜੀ ਇਹਨੇ ਪਾਟੀ ਪਾਈ ਹੋਈ ਹੈ, ਜੇਕਰ ਅਸੀਂ ਇਹ 'ਤੇ ਕੋਈ ਕੇਸ ਵੀ ਕਰ ਦਈਏ, ਝੂਠਾ ਕਰ ਦਈਏ, ਤਾਂ ਵੀ ਲੋਕ ਜਿਹੜਾ ਮੰਨ ਲੈਣਗੇ ਕਿ ਹਾਂ ਕਿ ਇਹ ਬੰਦੇ ਨੇ ਗਲਤ ਕੀਤਾ ਹੋਇਆ। ਇਹ ਸਾਰਾ ਹੁਲੀਆ ਜਿਹੜਾ ਤੁਸੀਂ ਆਪਣੇ ਪੁਸਤਕ ਦੇ ਵਿੱਚੋਂ ਪੜ੍ਹ ਸਕਦੇ ਹੋ। ਅੱਗੇ ਹੈ ਕਥਾਵਾਚਕ ਦਾ ਰਿਕਸ਼ੇ ਵਾਲੇ ਨੂੰ 3 ਰੁਪਏ ਦੇਣ ਤੋਂ ਇਨਕਾਰ ਕਰਨਾ। ਗੱਲ ਕੀ ਸੀਗੀ, ਪਤਨੀ ਜੋ ਹੈ ਸਬਜ਼ੀ ਮੰਡੀ ਗਈ ਸੀ, ਸਬਜ਼ੀ ਮੰਡੀ ਤੋਂ ਉਹਨੇ ਰਿਕਸ਼ਾ ਕੀਤਾ, ਉਸ ਰਿਕਸ਼ੇ ਵਾਲੇ ਦੇ ਨਾਲ ਤੈਅ ਕੀਤੇ ਗਏ ਸੀ 2 ਰੁਪਏ, ਠੀਕ ਹੈ, ਅਤੇ ਜਗ੍ਹਾ ਦੱਸਦੀ ਉਹ ਸ਼ਕਤੀ ਨਗਰ। ਤਾਂ ਉਸ ਤੋਂ ਬਾਅਦ ਜਦੋਂ 2 ਰੁਪਏ ਤੈਅ ਹੁੰਦੇ, ਰਿਕਸ਼ੇ ਵਾਲਾ ਵੀ ਮੰਨ ਜਾਂਦਾ, ਅਤੇ ਜਦੋਂ ਉਹਨੂੰ ਲੈ ਕੇ ਆਉਂਦਾ, ਕਿਉਂਕਿ
ਗਰਮੀ ਦੇ ਦਿਨ ਹੁੰਦੇ ਨੇ, ਠੀਕ ਹੈ, ਉਤੋਂ ਧੁੱਪ ਵੀ ਬਹੁਤ ਜ਼ਿਆਦਾ ਆ। ਅਤੇ ਜਦੋਂ ਜੋ ਦੱਸਿਆ ਜਾਂਦਾ ਹੈ ਥਾਂ, ਉਸ ਜਗ੍ਹਾ ਤੋਂ ਬਹੁਤ ਦੂਰ ਜਿਹੜਾ ਆ ਉਹ ਸ਼ਕਤੀ ਨਗਰ ਜਿਹੜਾ ਪਹੁੰਚਦਾ। ਰਿਕਸ਼ੇਵਾਲ ਨੂੰ ਪਤਾ ਨਹੀਂ ਸੀਗਾ ਕਿ ਇਹ ਇੰਨੀ ਜਗ੍ਹਾ ਦੂਰ ਹੋਏਗੀ। ਅਤੇ ਜਦੋਂ ਇੰਨੀ ਗਰਮੀ ਦੇ ਵਿੱਚ ਜਿਹੜਾ ਆ ਸੜਕ ਵੀ ਜਿਹੜੀ ਉਹ ਬਹੁਤ ਜਿਹੜੀ ਮਾੜੀ ਹੈ, ਅਤੇ ਵਿੱਚੋਂ ਉਹਨੂੰ ਲੈ ਕੇ ਆਉਂਦਾ, ਅਤੇ ਜਦੋਂ ਉਹਨੂੰ ਘਰ ਤੱਕ ਛੱਡਦਾ ਅਤੇ ਉਸ ਤੋਂ ਬਾਅਦ ਉਹ ਮੰਗ ਕਰਦਾ ਕਿ ਮੈਨੂੰ ਜਿਹੜਾ ਆ 2 ਰੁਪਏ ਨਹੀਂ ਚਾਹੀਦੇ, ਸਗੋਂ ਕਿ ਮੈਨੂੰ 3 ਰੁਪਏ ਚਾਹੀਦੇ ਨੇ, ਕਿਉਂਕਿ ਮੈਂ ਇੰਨੀ ਗਰਮੀ ਦੇ ਵਿੱਚ, ਅਤੇ ਤੁਸੀਂ ਮੈਨੂੰ ਜਿਹੜੀ ਜਗ੍ਹਾ ਦੱਸੀ ਸੀਗੀ ਉਸ ਤੋਂ ਵੀ ਇਹ ਦੂਰ ਨਿਕਲਿਆ ਹੈਗਾ ਆ, ਅਤੇ ਮੈਨੂੰ ਜਿਹੜਾ ਹੁਣ 2 ਰੁਪਏ ਨਹੀਂ ਚਾਹੀਦੇ, ਮੈਨੂੰ 3 ਰੁਪਏ ਚਾਹੀਦੇ ਨੇ। ਅਤੇ ਇਸ ਕਰਕੇ ਜਿਹੜਾ 3 ਰੁਪਏ ਜਦੋਂ ਮੰਗਦਾ ਅਤੇ ਉਹ ਜਦੋਂ ਉਹਨੂੰ ਨਹੀਂ ਹੀ ਮਿਲਦੇ ਤਾਂ ਉਹ 2 ਰੁਪਏ ਜਿਹੜੇ ਦਿੱਤੇ ਜਾਂਦੇ ਆ ਉਹਨੂੰ ਵੀ ਵਗਾ ਕੇ ਸੁੱਟ ਦਿੰਦਾ। ਅੱਗੇ ਰਿਕਸ਼ੇਵਾਲ ਦਾ 2 ਰੁਪਏ ਲੈਣ ਤੋਂ ਇਨਕਾਰ ਕਰਨਾ, ਕਿ ਉਹ ਇਨਕਾਰ ਕਰ ਦਿੰਦਾ। ਅਤੇ ਇਹ ਦੇਖ ਕੇ ਜਦੋਂ ਪੈਸੇ ਵਗਾ ਕੇ ਸੁੱਟਦਾ ਅਤੇ ਜਿਹੜਾ ਕਥਾਵਾਚਕ ਹੁੰਦਾ, ਉਸ ਪਤਨੀ ਦਾ ਪਤੀ ਹੁੰਦਾ, ਉਹਨੂੰ ਜਦੋਂ ਉਹ ਪੈਸੇ ਸੁੱਟਦਾ ਉਹਨੂੰ ਬਹੁਤ ਜ਼ਿਆਦਾ ਜਿਹੜਾ ਗੁੱਸਾ ਆ ਜਾਂਦਾ। ਇਸ ਕਰਕੇ ਜਿਹੜਾ ਆ ਉਹ ਉਹਨੂੰ 2.5 ਰੁਪਏ ਦੇਣ ਤੋਂ ਵੀ ਇਨਕਾਰ ਜਿਹੜਾ ਆ ਇਨਕਾਰ ਕਰ ਦਿੰਦਾ। ਪਰ ਪਤਨੀ ਜਿਹੜੀ ਕਹਿੰਦੀ ਹੈ ਕਿ ਚਲੋ ਜੇਕਰ ਇਹਨੂੰ ਪੈਸੇ ਚਾਹੀਦੇ ਤੇ ਸੀ, ਇਹ ਸਿੱਧੀ ਤਰ੍ਹਾਂ ਮੰਗ ਲੈਂਦਾ, ਇਹਨੂੰ ਅਸੀਂ 2.5 ਰੁਪਏ ਅਸੀਂ ਹੋਰ 50 ਪੈਸੇ ਹੋਰ ਦੇ ਦਿੰਦੇ, ਪਰ ਉਹ ਜਿਹੜਾ ਆ 2.5 ਰੁਪਏ ਦੇਣ ਤੋਂ ਵੀ ਇਨਕਾਰ ਕਰ ਦਿੰਦਾ ਅਤੇ ਉਹ ਉਹਨੂੰ ਪੈਸੇ ਨਹੀਂ ਦੇਣਾ ਚਾਹੁੰਦਾ ਪਤੀ, ਕਿਉਂਕਿ ਉਹਨੇ ਪੈਸੇ ਵਗਾ ਕੇ ਸੁੱਟੇ ਸਨ। ਅੱਗੇ ਹੈ ਕਥਾਵਾਚਕ ਅਤੇ ਕਥਾਵਾਚਕ ਦੀ ਪਤਨੀ ਦੀ ਘਬਰਾਹਟ ਕਿਉਂ ਹੁੰਦੀ ਹੈ, ਕਿ ਜਦੋਂ ਬਾਹਰ ਖੜਾ ਹੁੰਦਾ ਕਥਾਵਾਚਕ ਦਾ ਪੁੱਤਰ ਦੱਸਦਾ ਕਿ ਬਾਹਰ ਉਹ ਖੜਾ ਹੈ, ਠੀਕ ਹੈ, ਉਹਦੇ ਨਾਲ ਕੋਈ ਜਿਹੜਾ ਆ ਉਹਨੇ ਕਿਸੇ ਨੂੰ ਇਨਕਾਰ ਕਰ ਦਿੱਤਾ ਰਿਕਸ਼ੇ ਤੋਂ ਜਾਣ ਤੋਂ, ਅਤੇ ਉਸ ਤੋਂ ਬਾਅਦ ਉਹ ਕਹਿੰਦਾ ਹੈ ਕਿ ਉਹਨਾਂ ਨੂੰ ਘਬਰਾਹਟ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਅਗਰ ਉਹਦੇ ਨਾਲ ਕੋਈ ਰਿਕਸ਼ੇ ਹੋਰ ਆਦਮੀ ਕੋਈ ਗੱਲ ਕਰਦਾ ਪਿਆ, ਕਿਤੇ ਉਹ ਆਪਣੇ ਹੋਰ ਸਾਥੀਆਂ ਨੂੰ ਨਾਲ ਲੈ ਕੇ ਆ ਜਾਵੇ, ਜਾਂ ਕੋਈ ਗੱਲ ਨਾ ਕਰ ਦੇਣ, ਜਾਂ ਇੱਥੇ ਆ ਕੇ ਹੜਤਾਲ ਵਗੈਰਾ ਕੁਛ ਨਾ ਕਰ ਦੇਣ, ਤਾਂ ਉਹਨਾਂ ਨੂੰ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਹੈ। ਅੱਗੇ ਹੈ ਕਥਾਵਾਚਕ ਤੇ ਪਤਨੀ ਦਾ ਰਿਕਸ਼ੇ ਵਾਲੇ ਦੇ ਨਾਲ ਸਮਝੌਤਾ ਕਰਨ ਨੂੰ ਮੰਨਣਾ। ਤੇ ਹੁਣ ਜਿਹੜੀ ਪਤਨੀ ਹੈ ਉਹ ਘਬਰਾ ਜਾਂਦੀ ਹੈ, ਉਹਦਾ ਦਿਲ ਕਰਦਾ ਕਿ ਸਮਝੌਤਾ ਕਿਤੇ ਨਾ ਕਿਤੇ ਕਰ ਲਿਆ ਜਾਵੇ, ਉਹਨੂੰ 50 ਪੈਸੇ ਹੋਰ ਦਿੱਤੇ ਜਾਣ, ਪਰ ਜਿਹੜਾ ਉਹਦਾ ਪਤੀ ਜਿਹੜਾ ਆ ਉਹ ਨਹੀਂ ਮੰਨਦਾ ਉਹਨੂੰ 50 ਪੈਸੇ ਵੀ ਦੇਣ ਤੋਂ। ਇਸ ਕਰਕੇ ਕਿਉਂਕਿ ਉਹਨੇ ਪੈਸੇ ਜਿਹੜਾ ਸੀ ਵਗਾ ਕੇ ਮਾਰੇ ਸਨ। ਅੱਗੇ ਹੈ ਰਿਕਸ਼ੇ ਵਾਲੇ ਦਾ ਬਿਨਾਂ ਪੈਸੇ ਲਏ ਚਲੇ ਜਾਣਾ। ਹੁਣ ਰਿਕਸ਼ੇ ਵਾਲਾ ਜਿਹੜਾ ਆ ਉਹ ਬਿਨਾਂ ਪੈਸੇ ਲਏ ਚਲੇ ਜਾਂਦਾ ਹੈ, ਅਤੇ ਜਦੋਂ ਉੱਥੋਂ ਬਿਨਾਂ ਪੈਸੇ ਲਏ ਚਲੇ ਜਾਂਦਾ, ਉਹਨਾਂ ਨੂੰ ਬਿਨਾਂ ਕੁਛ ਬੋਲੇ ਜਿਹੜਾ ਇੱਥੋਂ ਚਲਾ ਜਾਂਦਾ ਹੈ, ਤਾਂ ਉਸ ਸਮੇਂ ਜਿਹੜਾ ਆ ਕਥਾਵਾਚਕ ਅਤੇ ਕਥਾਵਾਚਕ ਦੀ ਜਿਹੜੀ ਪਤਨੀ ਹੈ ਉਹ ਆਪਣੀ ਦੋਸ਼ ਭਾਵਨਾ ਮਿਟਾਉਣ ਦੇ ਲਈ ਕਹਿੰਦੇ ਨੇ ਕਿ ਅਸੀਂ ਤਾਂ ਜਿਹੜੇ ਸਿਗਰਟ ਪੀ ਲੈਂਦੇ ਹਾਂ ਇੰਨੇ ਪੈਸਿਆਂ ਦੀ, ਤਾਂ 3 ਰੁਪਏ ਦੀ ਅਸੀਂ ਬਾਹਰ ਜਾ ਕੇ ਘੁੰਮ ਫਿਰ ਆਉਂਦੇ ਹਾਂ, ਅਸੀਂ ਕਿ ਮੈਂ ਤਾਂ ਕਿਸੇ ਗਰੀਬ ਨੂੰ ਦਾਨ ਕਰ ਦਿੰਦੇ ਹਾਂ। ਅਤੇ ਫਿਰ ਉਹ ਸੋਚਦੇ ਨੇ ਕਿ ਅਸੀਂ ਜਿਹੜਾ ਆ ਦਾਨ ਕਰਦੇ ਰਹਿੰਦੇ ਹਾਂ, ਕਿ ਕੋਈ 3 ਰੁਪਏ ਦਾ ਕੋਈ ਇੰਨੀ ਕੋਈ ਵੱਡੀ ਗੱਲ ਨਹੀਂ ਸੀ। ਲਾਸਟ 'ਤੇ ਹੈ ਕਥਾਵਾਚਕ ਅਤੇ ਪਤਨੀ ਦੀ ਮਨੋਦਸ਼ਾ ਕੀ ਹੁੰਦੀ ਹੈ। ਹੁਣ ਮਨੋਦਸ਼ਾ ਜਿਹੜੀ ਉਹਨਾਂ ਦੀ ਪੂਰੀ ਚੇਂਜ ਹੋ ਰਹੀ ਹੈ। ਉਹ ਚੇਂਜ ਕਿੱਦਾਂ ਹੋ ਰਹੀ ਹੈ ਕਿ ਉਹ ਕੀ ਕਹਿੰਦੇ ਨੇ, ਜਦੋਂ ਉਹਨਾਂ ਨੂੰ ਪਤਾ ਚੱਲਦਾ ਕਿ ਰਿਕਸ਼ੇ ਵਾਲਾ ਚਲੇ ਗਿਆ, ਪਤੀ ਜਿਹੜਾ ਗੁੱਸੇ ਵਿੱਚ ਬਾਹਰ ਆਉਂਦਾ ਕਿ ਮੈਂ ਇਹਨਾਂ ਨਾਲ ਗੱਲ ਕਰਦਾ ਹਾਂ, ਤਾਂ ਉਸ ਸਮੇਂ ਰਿਕਸ਼ੇ ਵਾਲਾ ਚਲਾ ਜਾਂਦਾ ਅਤੇ ਉਸ ਤੋਂ ਬਾਅਦ ਆਪਣੀ ਪਤਨੀ ਨੂੰ ਆਵਾਜ਼ ਮਾਰ ਕੇ ਕਹਿੰਦਾ ਕਿ ਜਿਹੜਾ ਆ ਉਹ ਚਲਾ ਗਿਆ। ਤਾਂ ਉਸ ਸਮੇਂ ਉਹਦੀ ਪਤਨੀ ਜਿਹੜੀ ਆ ਕੋਈ ਧਰਮ ਪੋਥੀ ਜਿਹੜੀ ਉਹ ਪੜ੍ਹ ਰਹੀ ਹੁੰਦੀ ਹੈ, ਅਤੇ ਉਹ ਬੰਦ ਕਰਕੇ ਅਤੇ ਆ ਕੇ ਪਤੀ ਪਤਨੀ ਜਿਹੜੇ ਹੈ ਉਹ ਦੋਨੋਂ ਆ ਕੇ ਬਾਹਰ ਬੈਠ ਜਾਂਦੇ ਨੇ। ਅਤੇ ਉਸ ਸਮੇਂ ਜਦੋਂ ਬਾਹਰ ਬੈਠਦੇ ਨੇ ਅਤੇ ਆਪਸ ਵਿੱਚ ਗੱਲ ਕਰਦੇ ਨੇ ਕਿ ਅੱਜ ਜਿਹੜਾ ਆ ਅਸੀਂ ਫਿਲਮ ਨਾ ਦੇਖ ਆਈਏ, ਜਿਹੜੇ ਪੈਸੇ ਤੋਂ ਉਹਨੂੰ 50 ਪੈਸੇ ਜਿਹੜੇ ਤੋਂ ਉਹਨੂੰ ਵੱਧ ਦੇਣੇ ਸੀਗੇ, ਅਸੀਂ ਫਿਲਮ ਦੇਖ ਆਉਂਦੇ ਹਾਂ, ਜਾਂ ਜਿਹੜਾ ਆ ਅਸੀਂ 3 ਰੁਪਏ ਕਿਸੇ ਪਿੰਗਲਵਾੜੇ ਨੂੰ ਚ ਦਾਨ ਕਰ ਆਵਾਂਗੇ, ਜਾਂ ਅਸੀਂ ਜਿਹੜਾ ਆ ਉਹ ਮੰਗਤੇ ਦੀ ਧਲੀ ਦੇ ਉੱਤੇ ਧਰ ਆਵਾਂਗੇ। ਤਾਂ ਇੱਥੋਂ ਪਤਾ ਚੱਲਦਾ ਪਿਆ ਆ ਕਿ ਉਹਨਾਂ ਦੀ ਜਿਹੜੀ ਦੁੱਖ ਸੀਗਾ, ਜਿਹੜਾ ਕਹਿ ਲਓ ਕਿ ਜੋ ਉਦਾਸੀ ਜੀ ਛਾਈ ਹੋਈ ਸੀਗੀ, ਜਾਂ ਕਹਿ ਲਓ ਕਿ ਕਿਸੇ ਤਰ੍ਹਾਂ ਦਾ ਡਰ ਸੀਗਾ, ਉਹ ਸਾਰਾ ਜਿਹੜਾ ਆ ਰਿਕਸ਼ੇ ਵਾਲੇ ਦੇ ਜਾਣ ਤੋਂ ਬਾਅਦ ਜਿਹੜਾ ਆ ਉਹਨਾਂ ਦੇ ਚਿਹਰੇ ਤੋਂ ਚਲਾ ਜਾਂਦਾ। ਤਾਂ ਉਸ ਸਮੇਂ ਜਿਹੜਾ ਆ ਉਹ ਇਹੋ ਜਿਹਾ ਕਿਉਂ ਇਹੋ ਜਿਹਾ ਕਹਿੰਦੇ ਨੇ ਕਿ ਕਿਉਂਕਿ ਉਹ ਚਾਹੁੰਦੇ ਨੇ ਕਿ ਸਾਨੂੰ ਨਾ ਕੋਈ ਮਾੜਾ ਬੰਦਾ ਕਹਿ ਦੇਵੇ, ਠੀਕ ਹੈ। ਜਿਸ ਇਨਸਾਨ ਦਾ ਬਣਦਾ ਹੋਇਆ ਹੱਕ ਜਿਹੜਾ ਰਿਕਸ਼ੇ ਵਾਲਾ ਇੰਨੀ ਧੁੱਪ ਦੇ ਵਿੱਚ ਇੰਨੀ ਗਰਮੀ ਵਿੱਚ ਉਹਨਾਂ ਨੂੰ ਲੈ ਕੇ ਆਉਂਦਾ, ਪਰ ਜਿਹੜਾ ਜਗ੍ਹਾ ਦੂਰ ਨਿਕਲਦੀ ਹੈ, ਜਿਹੜਾ ਉਹਦੀ ਮਿਹਨਤ ਦਾ ਉਹਨੂੰ ਜਿਹੜਾ ਪੈਸਾ ਨਹੀਂ ਦਿੱਤਾ ਜਾਂਦਾ, ਬਲਕਿ ਇਹ ਕਹਿ ਦਿੱਤਾ ਜਾਂਦਾ ਕਿ ਅਸੀਂ ਜਿਹੜਾ ਇਹ ਪੈਸੇ ਜਿਹੜਾ ਕਿਸੇ ਨੂੰ ਦਾਨ ਕਰ ਦੇਵਾਂਗੇ, ਕਿਸੇ ਨੂੰ ਦੇ ਆਵਾਂਗੇ। ਤਾਂ ਉਹ ਜਿਹੜੀ ਆਪਣੇ ਅੰਦਰ ਜਿਹੜੀ ਉਹਨਾਂ ਦੇ ਉੱਤੇ ਪਈ ਹੋਈ ਦੋਸ਼ ਭਾਵਨਾ ਜਿਹੜੀ ਹੈ ਉਹਨੂੰ ਇਨਕਾਰ ਕਰਨਾ ਚਾਹੁੰਦੇ ਨੇ, ਉਹਨੂੰ ਲਾ ਕੇ ਸੁੱਟਣਾ ਚਾਹੁੰਦੇ ਨੇ। ਇਸ ਕਰਕੇ ਜਿਹੜਾ ਆ ਉਹਨਾਂ ਦੀ ਜਿਹੜੀ ਮਨੋਦਸ਼ਾ ਜਿਹੜੀ ਉਹ ਚੇਂਜ ਹੋ ਜਾਂਦੀ ਹੈ। ਤਾਂ ਇੱਥੋਂ ਪਤਾ ਚੱਲਦਾ ਹੈ ਕਿ ਵਿਅੰਗ ਕੀਤਾ ਗਿਆ। ਇਸ ਪ੍ਰਸੰਗ ਤੋਂ ਪਤਾ ਚੱਲਦਾ ਹੈ ਕਿ ਮਾੜਾ ਬੰਦਾ ਕੌਣ ਹੈ, ਠੀਕ ਹੈ। ਮਾੜਾ ਬੰਦਾ ਰਿਕਸ਼ੇ ਵਾਲਾ ਨਹੀਂ ਹੈਗਾ, ਕਿਉਂਕਿ ਰਿਕਸ਼ੇ ਵਾਲੇ ਦੇ ਅੰਦਰ ਸਵੈਮਾਨ ਹੈ, ਉਹਦੇ ਅੰਦਰ ਤਾਕਤਵਰ ਹੈਗਾ ਆ ਕਿ ਉਹਨੇ ਆਪਣੀ ਮਿਹਨਤ ਦੇ ਨਾਲ ਜਿਹੜਾ ਆ ਆਪਣਾ ਕੰਮ ਕੀਤਾ ਆ। ਅਤੇ
ਦੂਜੇ ਪਾਸੇ ਜਿਹੜੇ ਕਥਾਵਾਚਕ ਤੇ ਉਹਦੀ ਪਤਨੀ ਹੈ ਉਹ ਉਹਦੇ ਨਾਲ ਜਿਹੜਾ ਪੂਰਾ ਇਨਸਾਫ ਨਹੀਂ ਕਰ ਪਾ ਰਹੇ, ਪੋਥੀ ਪੜ੍ਹ ਰਹੇ ਨੇ, ਧਾਰਮਿਕ ਪੋਥੀ ਚਾਹੇ ਪੜ੍ਹ ਰਹੇ ਨੇ ਚਾਹੇ ਦਾਨ ਕਰ ਰਹੇ ਨੇ, ਪਰ ਇੱਕ ਇਨਸਾਨ ਦਾ ਬਣਦਾ ਜਿਹੜਾ ਹੱਕ ਜਿਹੜਾ ਆ ਉਹ ਨਹੀਂ ਦੇ ਰਹੇ। ਇੱਥੇ ਅਸੀਂ ਪਹਿਲਾਂ ਹੀ ਗੱਲ ਕੀਤੀ ਸੀ ਕਿ ਮਾੜਾ ਬੰਦਾ ਮਤਲਬ ਗਰੀਬ ਜਾਂ ਭੈੜਾ। ਗਰੀਬ ਬੰਦਾ ਰਿਕਸ਼ੇ ਵਾਲਾ, ਭੈੜਾ ਜੋ ਮਾੜਾ ਬੰਦਾ ਇੱਥੇ ਮੰਨਿਆ ਗਿਆ ਉਹ ਹੈਗਾ ਕਥਾਵਾਚਕ ਤੇ ਉਹਦੀ ਪਤਨੀ। ਇਸ ਤਰ੍ਹਾਂ ਤੁਸੀਂ ਕਹਾਣੀ ਨੂੰ ਆਪਣੀ ਕਿਤਾਬ ਦੇ ਵਿੱਚੋਂ ਪੜ੍ਹੋ ਅਤੇ ਇਹ ਜੋ ਹੈਡਿੰਗਸ ਦਿੱਤੇ ਹੋਏ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਨੋਟ ਕਰ ਲਿਓ। ਧੰਨਵਾਦ।